बिल पास कराए असी वोटिंग मंगते रहे ना वोटिंग नहीं कर दित्ती। ਇਹ कि एक बार संसद आ लैन दो इन्हां दियां दासां थाणी असी धुआं कढा देंगे। इन्हां ने जदों लॉकडाउन दे विच बिल लिआंदे जदों सारी दुनिया घरां च वड़ के अपणियां जानां बचाउण लई इन्हां बिल लैण दे ऑर्डीनेंस लैण दा उहनूं पास करता। पहिलां ते इन्नी लोड़ की सीगी रात दे हनेरे 'च बिल पास कर दे। नरिंदर सिंह तोमर ने कदी खेती नहीं की, पीयूष गोयल ने कदी खेती नहीं की, प्रधानमंत्री साहब ने खेती नहीं की, अमित शाह जी ने खेती नहीं की, ਜਿਹੜੇ अफसर ਬਣਾਇਆ बिल ਜਿਹੜੇ एग्रीकल्चर सैकटरी ਉਹਨਾਂ खेती नहीं की। ਉਹ ਜਿਹੜੇ ਬੰਦੇ ਨੇ खेती की ਉਹਨੂੰ ਜ਼ਿਆਦਾ ਵਧੀਆ ਪਤਾ ਕਿ ਇਹ ਬਿੱਲ ਸਾਡੇ ਫਾਇਦੇ ਲਈ ਕਿ ਨਹੀਂ। ਇਹਨਾਂ ਨੇ ਕਿਹੜੀ ਕਿਸੇ ਨਾਲ ਸਲਾਹ ਕੀਤੀ? ਜਿਹਨੂੰ ਅਕਲ ਦੀ ਗੱਲ ਕਹੋ ਇਹਦੇ ਦਿਮਾਗ 'ਚ ਘੱਟ ਪੈਂਦੀ ਆ। ਕਿਸਾਨਾਂ ਦੀ ਮੀਟਿੰਗ ਅੱਜ ਫੇਰ ਬੇਸਿੱਟਾ ਰਹੀ ਹੈ। 10ਵੀਂ ਮੀਟਿੰਗ ਵੀ ਬੇਸਿੱਟਾ ਰਹੀ ਹੈ ਤਾਂ ਉਸ ਤੋਂ ਬਾਅਦ ਇੱਕ ਵਾਰ ਫੇਰ 26 ਜਨਵਰੀ ਜਿਹੜਾ ਹੈ ਇੱਕ ਵੱਡਾ ਦਿਨ ਆ ਰਿਹਾ ਹੈ ਤਾਂ ਕਿਸਾਨ ਟਰੈਕਟਰ ਰੈਲੀ ਵੀ ਕਰਨ ਜਾ ਰਹੇ ਨੇ। ਕਾਂਗਰਸ ਕਿੱਦਾਂ ਦੇਖਦੀ? ਸਾਡੇ ਨਾਲ ਖਡੂਰ ਸਾਹਿਬ ਤੋਂ ਕਾਂਗਰਸ ਸਾਂਸਦ ਜਸਬੀਰ ਸਿੰਘ ਗਿੱਲ ਡਿੰਪਾ ਜੀ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੋ ਕਿ ਖੁਦ ਵੀ ਧਰਨੇ 'ਤੇ ਨੇ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਪੁੱਜੇ ਹਾਂ। ਡਿੰਪਾ ਜੀ ਕੀ ਕਹਿਣਾ ਚਾਹੁੰਦੇ ਹੋ? ਮੀਟਿੰਗਾਂ ਬੇਸਿੱਟਾ ਨੇ, ਸਰਕਾਰਾਂ ਨੂੰ ਕਿਸਾਨਾਂ ਦਾ ਦਰਦ ਨਹੀਂ ਨਜ਼ਰ ਆਉਂਦਾ ਕਿ ਜਾਂ ਸਰਕਾਰ ਦਾ ਕੋਈ ਆਪਣਾ ਨਿੱਜੀ ਫਾਇਦਾ ਇਹਦੇ 'ਚ? ਇਹ ਨਾ ਇੱਕ ਸਰਕਾਰ ਦਾ ਬੀਜੇਪੀ ਗਵਰਨਮੈਂਟ ਦਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ। ਪਹਿਲਾਂ ਤਾਂ ਇਹਨਾਂ ਨੂੰ ਕੋਈ ਵੀ ਸਵਾਲ ਪੁੱਛਦਾ ਉਹ ਚੰਗਾ ਨਹੀਂ ਲੱਗਦਾ। ਜੇ ਕੋਈ ਜ਼ਿਆਦਾ ਕੌੜੇ ਸਵਾਲ ਪੁੱਛ ਲੇ ਉਹਨੂੰ ਕਦੀ CBI ਕਦੀ ED ਕਦੀ ਕੋਈ ਹੋਰ ਤੋਤਾ ਜਿਹੜਾ ਉਹਦੇ ਮਗਰ ਲਾ ਦਿੰਦੇ ਨੇ। ਫਿਰ ਉਸ ਅੰਦੋਲਨ ਨੂੰ ਲੰਮਾ ਖਿੱਚਦੇ ਆ, ਫਿਰ ਆਪਣੇ ਬੰਦਿਆਂ ਦੀ ਘੁੱਸਪੈਠ ਕਰਾ ਕੇ ਉਹਨੂੰ ਕਮਜ਼ੋਰ ਕਰਦੇ ਆ। ਉਸ ਤੋਂ ਬਾਅਦ ਕੋਰਟ ਦਾ ਆਸਰਾ ਲੈਂਦੇ ਆ, ਫਿਰ ਉਸ ਅੰਦੋਲਨ ਨੂੰ ਖਤਮ ਕਰਦੇ ਆ। ਇਹਨਾਂ ਨੂੰ ਉਹ 80 ਲੋਕਾਂ ਦਾ ਦਰਦ ਨਹੀਂ ਜਿਹੜੇ ਇਸ ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾ ਬੈਠੇ। ਇਹਨਾਂ ਨੂੰ ਉਹ ਦਰਦ ਨਹੀਂ ਗਾ ਕਿ ਕਿੰਨੇ ਲੋਕ ਜੋ ਖੇਤੀ ਨਾਲ 65% ਦੇਸ਼ ਦੇ ਲੋਕ ਖੇਤੀ ਨਾਲ ਜੁੜੇ ਆ, ਉਹ ਉਹਨਾਂ ਦੀ ਰੋਜ਼ੀ ਰੋਟੀ ਖੋਈ ਜਾ ਰਹੀ ਆ। ਇਸ ਵੇਲੇ ਇਹਨਾਂ ਨੂੰ ਇੱਕੋ ਦਰਦ ਆ ਕਿ ਜਿਹੜਾ ਇਹਨਾਂ ਦਾ ਇੱਕ ਮੁੱਖ ਤੋਤਾ ਵਾ ਅਰਨਬ ਗੋਸਵਾਮੀ, ਜਿਨਨੇ ਦੇਸ਼ ਦਾ ਧਰੋਹ ਕਮਾਇਆ, ਜਿਨਨੇ ਅਫੀਸ਼ੀਅਲ ਸੀਕਰੇਟਸ ਐਕਟ ਦੀ ਜਿਹੜੀ ਆ ਉਹਨੇ ਉਲੰਘਣਾ ਕੀਤੀ ਆ, ਜਿਹਨੂੰ ਬਾਲਾਕੋਟ ਦੇ ਵਿੱਚ ਹਮਲੇ ਦਾ ਪਹਿਲਾਂ ਪਤਾ ਸੀ, ਜਿਹਨੂੰ 에ਅਰ ਸਟ੍ਰਾਈਕਸ ਦਾ ਪਹਿਲਾਂ ਪਤਾ ਸੀ, ਉਸ ਬੰਦੇ ਨੂੰ ਬਚਾਉਣਾ ਇਹਨਾਂ ਦਾ ਮੁੱਖ ਧਰਮ ਆ। ਅੱਜ ਤੁਸੀਂ ਵੇਖੋ ਇਸ ਸਰਕਾਰ ਹੋਰ ਥੱਲੇ ਡਿੱਗ ਪਈ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਕਿਸਾਨ ਨੇਤਾਵਾਂ ਨੂੰ, ਪੱਤਰਕਾਰਾਂ ਨੂੰ, ਸੋਸ਼ਲ ਐਕਟੀਵਿਸਟ ਨੂੰ, ਗੀਤਕਾਰਾਂ ਨੂੰ ਨਵਾਂ ਹੀ NIA ਦਾ ਨੋਟਿਸ ਕੱਢਤਾ। ਇੱਕ ਨਵਾਂ ਤੋਤਾ NIA ਪਾਲ ਲਿਆ। NIA ਜਿਸ ਦਾ ਕੰਮ ਆ ਦੇਸ਼ ਦੀ ਸੁਰੱਖਿਆ ਤੇ ਆਂਚ ਨਾ ਆਵੇ ਉਹਦੀ ਇਨਵੈਸਟੀਗੇਸ਼ਨ ਕਰਨਾ, ਅੱਤਵਾਦ ਦੀ ਇਨਵੈਸਟੀਗੇਸ਼ਨ ਕਰਨਾ। ਅੱਜ NIA ਦਾ ਬਣਦਾ ਕਿ ਅਰਨਬ ਗੋਸਵਾਮੀ ਦੀ ਇਨਵੈਸਟੀਗੇਸ਼ਨ ਕਰੇ, ਨਾ ਕਿ ਕਿਸਾਨ ਲੀਡਰਾਂ ਦੀ। ਪਰ ਹੁਣ ਤਾਂ ਯੂਪੀ ਦੇ ਕਿਸਾਨਾਂ ਦੇ ਉੱਤੇ ਵੀ NIA ਦੇ ਨੋਟਿਸ ਭੇਜ ਦਿੱਤੇ ਗਏ। ਉਹਨਾਂ ਨੂੰ ਕਿਹਾ ਕਿ ਅੰਦਰ ਬਹਿ ਜਾਓ, ਨਹੀਂ ਤੇ NIA ਦੇ ਨੋਟਿਸ ਤੁਹਾਨੂੰ ਦਿੱਤੇ ਜਾ ਰਹੇ ਨੇ ਤੇ ਤੁਹਾਨੂੰ ਹੋਰਾਂ ਨੂੰ ਵੀ ਦਿੱਤੇ ਜਾਣਗੇ। ਇਹਨਾਂ ਨੇ ਕਿਸਾਨ ਨੂੰ ਸਭ ਤੋਂ ਪਹਿਲਾਂ ਖਾਲਿਸਤਾਨੀ ਕਿਹਾ, ਫਿਰ ਦੇਸ਼ ਧਰੋਹੀ ਕਿਹਾ, ਫਿਰ ਮਾਓਵਾਦੀ ਕਿਹਾ, ਫਿਰ ਚੀਨ ਤੇ ਪਾਕਿਸਤਾਨ ਦਾ ਜਿਹੜਾ ਉਹਨਾਂ ਦਾ ਸਪਾਂਸਰਡ ਕਿਹਾ। ਪਰ ਹਰ ਚੀਜ਼ ਇਹਨਾਂ ਦੇ ਉਲਟੀ ਪੈਂਦੀ ਰਹੀ। ਇਹ ਜਿਹੜਾ ਵੀ ਕੰਮ ਕਰਨਗੇ ਇਹਨਾਂ ਦੇ ਉਲਟ ਪੈਣਾ। ਤੁਸੀਂ ਇੱਕ ਬੜਾ ਸਿੱਧਾ ਜਿਹਾ ਵੇਖ ਲਓ ਇਹਦਾ ਰਿਜ਼ਲਟ। BJP ਨੂੰ ਆਪਾਂ ਅਰਬਨ ਪਾਰਟੀ ਗਿਣਦੇ। ਰਾਜਸਥਾਨ 'ਚ ਅਰਬਨ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਹੋਈਆਂ, ਹਰਿਆਣੇ 'ਚ ਅਰਬਨ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਹੋਈਆਂ, ਹਿਮਾਚਲ 'ਚ ਅਰਬਨ ਲੋਕਲ ਬਾਡੀ ਦੀਆਂ ਇਲੈਕਸ਼ਨਾਂ। ਸੂਫੜਾ ਸਾਫ਼ ਹੋ ਗਿਆ BJP ਦਾ। ਇਹ ਕਿਸਾਨ ਨੂੰ ਅੰਦਰ ਬਿਠਾਉਂਦੇ ਫਿਰਦੇ ਆ ਨਾ NIA ਦੇ ਨੋਟਿਸ ਦੇ ਕੇ। ਇਹੋ ਹੀ ਨੋਟਿਸ BJP ਸਰਕਾਰ ਨੂੰ, BJP ਵਾਲਿਆਂ ਨੂੰ ਘਰੇ ਅੰਦਰ ਪਾ ਦੇਣਗੇ। ਸੋ ਇਹਨਾਂ ਦੇ ਨਾਲ ਅੰਦੋਲਨ 'ਤੇ ਕੋਈ ਫਰਕ ਨਹੀਂ ਪੈਣਾ। ਇਹ ਕਿਸਾਨ ਉਹ ਨੇ ਜਿਹਦੇ ਪੁੱਤ ਚੀਨ ਤੇ ਪਾਕਿਸਤਾਨ ਨਾਲ ਹਿੱਕ ਡਾਹ ਕੇ ਲੋਹਾ ਲੈਂਦੇ ਆ, ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਲੜਾਈ ਲੜਦੇ ਆ। ਅੱਜ ਇਹੋ ਕਿਸਾਨ NIA ਦੇ ਨੋਟਿਸਾਂ ਤੋਂ ਨਹੀਂ ਡਰ ਲੱਗਾ। ਇਹ ਇਹਨਾਂ ਦੇ ਉਲਟਾ ਪਊਗਾ। ਇਹ ਸਰਕਾਰ ਨੂੰ ਭੱਜਦਿਆਂ ਰਾਹ ਨਹੀਂ ਲੱਭਣਾ। ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਆ।
ਤੁਸੀਂ ਵੇਖਿਓ ਜਿਉਂ-ਜਿਉਂ ਚੋਣਾਂ ਆਉਣਗੀਆਂ ਇਹਨਾਂ ਦਾ ਸੂਫੜਾ ਸਾਫ਼ ਪਰ ਹੁੰਦਾ। ਪਹਿਲਾਂ ਤਾਂ 29 ਤਰੀਕ ਆ ਰਹੀ ਹੈ ਜੀ ਸੰਸਦ ਦੇ ਵਿੱਚ, ਜਿਹੜਾ ਸੰਸਦ ਦਾ ਸਤਰ ਸ਼ੁਰੂ ਹੋ ਰਿਹਾ ਹੈ, ਕਿ ਕਾਂਗਰਸੀ ਸਾਂਸਦ ਕੁਝ ਕਰਨਗੇ? ਪਿਛਲੀ ਵਾਰ ਸਹੀ ਮਾਇਨੇ 'ਚ ਅਸੀਂ 8 ਕਾਂਗਰਸ ਦੇ ਸੰਸਦ ਮੈਂਬਰ, ਨਵਾਂ ਭਗਵੰਤ ਮਾਨ, ਅਸੀਂ ਇਹਨਾਂ ਨੂੰ ਭਾਜੜਾਂ ਪਾ ਛੱਡੀਆਂ ਇਹਨਾਂ ਬਿੱਲਾਂ ਦੇ ਵਿੱਚ। ਫਰਕ ਕੋਈ ਨਹੀਂ ਪਿਆ, ਗੱਲ ਦੇਖੋ ਸਵਾਲ ਹੈ। ਮੈਂ ਉਹੀ ਆ ਰਿਹਾ ਉੱਥੇ, ਕਿਉਂਕਿ ਗਿਣਤੀ ਸਾਡੀ 51, ਉਧਰ ਕਿੰਨੀ ਆ 358। ਉਹਨਾਂ ਨੇ ਹਿੱਕ ਦੇ ਜ਼ੋਰ ਦੇ ਉੱਤੇ ਇਹ ਜਿਹੜਾ ਵਾ ਬਿੱਲ ਪਾਸ ਕਰਾਇਆ। ਅਸੀਂ ਵੋਟਿੰਗ ਮੰਗਦੇ ਰਹੇ ਨਾ, ਵੋਟਿੰਗ ਨਹੀਂ ਕਰ ਦਿੱਤੀ। ਪ੍ਰਯਾਤ ਕੀ ਉਨਕੀ ਤਿਆਰੀ ਹੈ? ਇਹ ਕਿ ਇੱਕ ਵਾਰ ਸੰਸਦ ਆ ਲੈਣ ਦਿਓ, ਇਹਨਾਂ ਦੀਆਂ ਨਾਸਾਂ ਥਾਣੀ ਅਸੀਂ ਧੂਆਂ ਕਢਾ ਦੇਵਾਂਗੇ। ਅਸੀਂ ਇਸ ਗੱਲ ਨੂੰ ਅੱਜ, ਉਦੋਂ ਤਾਂ ਅਸੀਂ ਥੋੜੇ ਸੀ, ਅੱਜ ਆਪੋਜੀਸ਼ਨ ਦੇ ਬਾਕੀ ਸੰਸਦ ਮੈਂਬਰ ਵੀ ਸਾਡੇ ਨਾਲ ਸਹਿਮਤ ਹੋ ਗਏ। ਗੱਲਬਾਤ ਹੋ ਰਹੀ ਤੁਹਾਡੀ? ਹਾਂਜੀ, ਸਾਡੀ ਗੱਲਬਾਤ ਹੋ ਰਹੀ ਆ। ਤੁਸੀਂ ਅੱਗੇ ਵੀ ਵੇਖੋ, ਇਹਨਾਂ ਦੇ 2 ਭਾਈਵਾਲ, ਇੱਕ ਅਕਾਲੀ ਦਲ ਤੇ ਦੂਜਾ ਹਨੂਮਾਨ ਬੈਨੀਵਾਲ, ਉਹ ਵੀ ਇਹਨਾਂ ਦਾ ਸਾਥ ਛੱਡ ਗਏ। ਤੁਸੀਂ ਇਹ ਵੇਖੋ ਗਵਰਨਮੈਂਟ ਤੇ ਕਿੰਨਾ ਅਸੀਂ ਪ੍ਰੈਸ਼ਰ ਬਣਾ ਕੇ ਰੱਖਾਂਗੇ। ਤੇ ਅਸੀਂ ਇਹਨਾਂ ਦੇ ਜਦੋਂ ਤੱਕ ਬਿੱਲ ਨਹੀਂ ਹੁੰਦੇ, ਅੱਜ ਅਸੀਂ ਵੀ 45 ਦਿਨ ਹੋ ਗਿਆ ਫੁੱਟਪਾਥ ਤੇ ਧਰਨਾ ਲਾ ਕੇ ਬੈਠੇ ਤੁਹਾਡੇ ਸਾਹਮਣੇ। ਉਧਰ ਜੇ ਕੈਮਰਾ ਮਾਰੋਗੇ ਤੇ ਤੁਹਾਨੂੰ ਪਤਾ ਲੱਗ ਜੇ। ਤੇ ਅਸੀਂ ਦ੍ਰਿੜ ਨਿਸ਼ਚੇ ਆ ਸਾਡਾ ਕਿ ਚਾਹੇ ਕੁਛ ਵੀ ਹੋ ਜੇ, ਅਸੀਂ ਇਹ ਸਰਕਾਰ ਨੂੰ ਕਿਸਾਨ ਨਾਲ ਧੋਖਾ ਨਹੀਂ ਕਰਦੇ। ਪਰ ਸਰਕਾਰ ਮੰਨਦੀ ਕਿਉਂ ਨਹੀਂ ਪਈ? ਕਿਉਂਕਿ ਹਰ ਵਾਰ ਸਰਕਾਰ ਬੁਲਾ ਲੈਂਦੀ ਕਿਸਾਨਾਂ ਨੂੰ, 10 ਮੀਟਿੰਗਾਂ ਹੋ ਚੁੱਕੀਆਂ, ਗੱਲਬਾਤ ਹੀ ਗੱਲਬਾਤ ਹੁੰਦੀ ਹੈ। ਸਰਕਾਰ ਕਹਿੰਦੀ MSP ਤੇ ਵੀ ਗਰੰਟੀ ਦੇ ਦਿੰਦੇ ਆ, ਪਰ ਬਿੱਲ ਵਾਪਸ ਨਹੀਂ ਕਰਨੇ, ਬਿੱਲ 'ਚ ਅਮੈਂਡਮੈਂਟ ਕਰ ਦਿੰਦੇ ਆ। ਜਿਹੜੀਆਂ 16 ਅਮੈਂਡਮੈਂਟਾਂ ਸਰਕਾਰ ਕਹਿੰਦੀ ਅਸੀਂ ਕਰ ਦਿੰਦੇ, ਉਹ ਰੂਹ ਨੇ ਬਿੱਲਾਂ ਦੀ। ਜਦੋਂ ਕਿਸੇ ਸਰੀਰ 'ਚੋਂ ਰੂਹ ਕੱਢ ਲਈ ਜਾਵੇ ਤੇ ਪਿੱਛੇ ਕੀ ਬਚ ਜਾਂਦਾ? ਡੈੱਡ ਬੋਡੀ। ਸਿਰਫ ਇੱਕ ਆਪਣੀ ਅੜੀ ਬਣਾਉਣ ਵਾਸਤੇ ਇਹ ਜਿਹੜੇ ਉਸ ਦੀ ਉੱਥੇ ਆ ਨਹੀਂ ਰਹੇ। ਮੈਂ ਇੱਕ ਨਾ ਬੜਾ ਸੌਖਾ ਜਿਹਾ ਸੁਝਾਅ ਦਿੰਦਾ, ਜੇ ਗਵਰਨਮੈਂਟ ਕਰਨਾ ਚਾਹਵੇ, ਜੇ ਮੋਦੀ ਸਾਹਿਬ ਇਹ ਸੋਚਦੇ ਆ ਕਿ ਇਹ ਜੇ ਮੈਂ ਬਿੱਲ ਵਾਪਸ ਲੈ ਲੇ ਤੇ ਸ਼ਾਇਦ ਮੇਰਾ ਰੁਤਬਾ ਘੱਟ ਜਾਊਗਾ, ਮੇਰਾ ਕੱਦ ਘੱਟ ਜਾਊ। ਮੈਂ ਇਹ ਕਹਿੰਦਾ ਵਾਂ ਕਿ ਇਹ ਪਹਿਲੀ ਵਾਰ ਨਹੀਂ ਹੋਣਾ। 1950 ਤੋਂ ਬਾਅਦ ਕਈ ਵਾਰ ਬਿੱਲ ਬਣੇ ਆ, ਲੋਕਾਂ ਦੇ ਵਿਰੋਧ ਦੇ ਬਾਅਦ ਉਹ ਬਿੱਲ ਵਾਪਸ ਲਏ ਗਏ। ਵੇਖੋ, ਪਹਿਲਾਂ ਤਾਂ ਗਲਤੀ ਸਰਕਾਰ ਦੀ ਹੈ। ਇਹਨਾਂ ਨੇ ਜਦੋਂ ਲੋਕਡਾਊਨ ਦੇ ਵਿੱਚ ਇਹ ਬਿੱਲ ਲਿਆਂਦੇ, ਜਦੋਂ ਸਾਰੀ ਦੁਨੀਆ ਘਰਾਂ 'ਚ ਵੜ ਕੇ ਆਪਣੀਆਂ ਜਾਨਾਂ ਬਚਾਉਣ ਲਈ ਇਹਨਾਂ ਬਿੱਲ ਲੈਣ ਦੇ, ਆਰਡੀਨੈਂਸ ਲੈਣ ਦਾ, ਉਹਨੂੰ ਪਾਸ ਕਰਤਾ। ਪਹਿਲਾਂ ਤੇ ਇੰਨੀ ਲੋੜ ਕੀ ਸੀਗੀ, ਰਾਤ ਦੇ ਹਨੇਰੇ 'ਚ ਬਿੱਲ ਪਾਸ ਕਰਦੀ। ਕਹਿੰਦੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਤੇ ਕਰਨੇ ਦੀ। ਦੂਸਰਾ, ਹੁਣ ਦੇਖੋ ਮੈਂ ਕਿਸਾਨ ਆ, ਤੁਸੀਂ ਕਿਹਾ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ, ਸਰਕਾਰ ਕਹਿ ਰਹੀ, ਮੈਂ ਨਹੀਂ ਕਹਿ ਰਿਹਾ, ਸਰਕਾਰ ਕਹਿ ਰਹੀ ਹੈ। ਸਰਕਾਰ ਕਹਿ ਰਹੀ, ਮੈਂ ਉਸੇ ਤੇ ਆ ਰਿਹਾ। ਤੁਸੀਂ ਇੱਕ ਗੱਲ ਦੱਸੋ, ਨਰਿੰਦਰ ਸਿੰਘ ਤੋਮਰ ਨੇ ਕਦੀ ਖੇਤੀ ਨਹੀਂ ਕੀਤੀ, ਪਿਊਸ਼ ਗੋਇਲ ਨੇ ਕਦੀ ਖੇਤੀ ਨਹੀਂ ਕੀਤੀ, ਪ੍ਰਧਾਨ ਮੰਤਰੀ ਸਾਹਿਬ ਨੇ ਖੇਤੀ ਨਹੀਂ ਕੀਤੀ, ਅਮਿਤ ਸ਼ਾਹ ਜੀ ਨੇ ਖੇਤੀ ਨਹੀਂ ਕੀਤੀ, ਜਿਹੜੇ ਅਫਸਰ ਬਣਾਇਆ ਇਹ ਬਿੱਲ, ਜਿਹੜੇ ਐਗਰੀਕਲਚਰ ਸੈਕਟਰੀ, ਉਹਨਾਂ ਖੇਤੀ ਨਹੀਂ ਕੀਤੀ। ਉਹ ਜਿਹੜੇ ਬੰਦੇ ਨੇ ਖੇਤੀ ਕੀਤੀ ਉਹਨੂੰ ਜ਼ਿਆਦਾ ਵਧੀਆ ਪਤਾ ਕਿ ਇਹ ਬਿੱਲ ਸਾਡੇ ਫਾਇਦੇ ਲਈ ਕਿ ਨਹੀਂ। ਇਹਨਾਂ ਨੇ ਕਿਹੜੀ ਕਿਸੇ ਨਾਲ ਸਲਾਹ ਕੀਤੀ ਹੈ? ਅੱਜ ਮੈਂ ਇੱਕ ਬੜਾ ਵਧੀਆ ਹੱਲ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਦੱਸਣਾ ਚਾਹੁੰਦਾ। ਵੇਖੋ, ਇੱਕ ਮਸਲਾ, ਇੱਕ ਪਾਰਟ ਦਾ ਤੁਹਾਡਾ ਸੁਪਰੀਮ ਕੋਰਟ ਨੇ ਕੰਮ ਕਰਤਾ। ਉਹਨੇ ਕੀ ਕੰਮ ਕੀਤਾ ਕਿ ਇਹਨਾਂ ਬਿੱਲਾਂ ਤੋਂ ਦੀ ਇੰਪਲੀਮੈਂਟੇਸ਼ਨ ਤੇ ਰੋਕ ਲਾ ਦਿੱਤੀ। ਹੁਣ ਇਹ ਸਰਕਾਰ, ਸੁਪਰੀਮ ਕੋਰਟ ਦੂਜਾ ਕੰਮ ਹੋਰ ਕਰਦੇ ਕਿ ਨਵੀਂ ਕਮੇਟੀ ਬਣਾਵੇ, ਸਰਕਾਰ ਦੇ ਬੰਦਿਆਂ ਦੀ ਨਹੀਂ, ਉਹ 'ਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਲਵੇ। ਉਹਦੇ ਵਿੱਚ ਉਹ ਚੰਗੇ ਜਿਹੜੇ ਖੇਤੀ ਦੇ ਮਾਹਰ ਆ ਉਹਨਾਂ ਦਾ ਲਵੇ, ਅਰਥ ਸ਼ਾਸਤਰੀ ਵਿੱਚ ਪਾਵੇ, ਕੁਝ ਸਰਕਾਰ ਦੇ ਨੁਮਾਇੰਦੇ ਪਾਵੇ। ਉਹ ਰਲ ਕੇ ਨਵੇਂ ਬਿੱਲ ਬਣਾਉਣ ਜਿਹੜੇ ਸਾਰੇ ਤਰ੍ਹਾਂ ਨੂੰ ਮਨਜ਼ੂਰ ਹੋਣ, ਫਿਰ ਉਹਨੂੰ ਪਾਰਲੀਮੈਂਟ 'ਚ ਲਿਆਉਣ। ਪਹਿਲੇ ਬਿੱਲ ਰੱਦ ਕਰ ਦੇਣ, ਨਵੇਂ ਜਿਹੜੇ ਆ ਉਹ ਪਾਸ ਕਰ ਲੈਣ। ਇਹ ਹੀ ਇੱਕ ਸਭ ਤੋਂ ਵਧੀਆ, ਕਾਰਗਰ ਤੇ ਵਧੀਆ ਨਤੀਜਾ ਵਾ, ਤਰੀਕਾ। ਇਹਨੂੰ ਮੈਂ ਸਮਝਦਾ ਸਰਕਾਰ ਨੂੰ ਅਪਣਾਉਣਾ ਚਾਹੀਦਾ। ਆਪਣੀ ਜਿੱਦ, ਆਪਣਾ ਹੰਕਾਰ, ਆਪਣੀ ਈਗੋ ਛੱਡਣੀ ਚਾਹੀਦੀ। ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡੀ ਵੀ ਗੱਲ ਮੰਨ ਲੂਗੀ ਅਗਰ ਤੁਸੀਂ ਸੰਸਦ 'ਚ ਵੀ ਇਹ ਪ੍ਰਸਤਾਵ ਲੈ ਕੇ ਆਉਂਦੇ ਹੋ? ਵੇਖੋ, ਇਹ ਤੇ ਹੁਣ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਜਾਣਦਾ ਹੈ ਨਹੀਂ, ਪਰ ਇਹ ਸਰਕਾਰ ਐਸੀ ਆ ਜਿਹਨੂੰ ਅਕਲ ਦੀ ਗੱਲ ਕਹੋ ਇਹਦੇ ਦਿਮਾਗ 'ਚ ਘੱਟ ਪੈਂਦੀ ਆ।
ਸੋ ਵੇਖੋ ਅਸੀਂ ਮੈਂ ਤੇ ਅਰਦਾਸ ਹੀ ਕਰ ਸਕਦਾ ਵਾਹਿਗੁਰੂ ਅੱਗੇ, ਮਾਤਾ ਰਾਣੀ ਜੀ ਅੱਗੇ, ਕਿ ਇਹਨਾਂ ਨੂੰ ਸਰਕਾਰ ਨੂੰ ਸਮੱਤ ਬਖਸ਼ਣ, ਇਹਨਾਂ ਨੂੰ ਅਕਲ ਆਵੇ ਤੇ ਕਿਸਾਨ ਦੀ ਇਹ ਜਿਹੜੀ ਆ ਮੰਗ ਮੰਨਣ। ਸੋ ਅਸੀਂ ਸਰਦਾਰ ਜਸਬੀਰ ਸਿੰਘ ਗਿੱਲ ਡਿੱਬਾ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਅੱਜ ਦੇ ਜਿਹੜੀ 10ਵੇਂ ਦੌਰ ਦੀ ਮੀਟਿੰਗ ਬੇਸਿੱਟਾ ਰਹੀ ਹੈ ਤਾਂ ਉਹਨਾਂ ਦਾ ਆਖਣਾ ਹੈ ਕਿ ਸਰਕਾਰ ਨੂੰ ਆਪਣੀ ਜ਼ਿੱਦ ਛੱਡਣੀ ਚਾਹੀਦੀ ਹੈ ਤੇ ਕਿਸਾਨਾਂ ਦੀ ਗੱਲ ਮੰਨ ਕੇ ਇਸ ਅੰਦੋਲਨ ਨੂੰ ਜਲਦ ਤੋਂ ਜਲਦ ਖਤਮ ਕਰਾਉਣਾ ਚਾਹੀਦਾ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਦਿੱਲੀ।